जब इंदिरा जी की हत्या हुई थी तो हमारे देश में कुछ दंगे फसाद हुए। कुछ दिन के लिए लोगों को लगा कि भारत हिल रहा है, लेकिन जब भी कोई बड़ा पेड़ गिरता है तो धरती थोड़ी हिलती है। 1984 ਦੀ ਯਾਦ ਆ ਜਾਂਦੀ ਹੈ। ਸਾਡੇ ਪਰਿਵਾਰ ਵਿੱਚ 7 ਬੰਦੇ ਮਾਰੇ ਗਏ, 3 ਮਾਮੇ, 3 ਚਾਚੇ, ਇੱਕ ਮੇਰਾ ਪਿਓ ਮਾਰਿਆ ਗਿਆ। ਜਦੋਂ ਸਾਡੇ ਨਿੱਕੇ ਨਿੱਕੇ ਬੱਚੇ ਸੀ, ਅਸੀਂ ਡਿਊਟੀ ਜਾਂਦੇ ਸੀ, ਥੱਲੇ मंजिया ਦੇ थल्ले पए रहते सी। तो बहुआ बेटी जैसे भेंट ले जाते हैं, ऐसे रात को ले गए, चुन चुन के ले गए, इतने लूटी गई। मेरे हाथी ने सड़क पे मारा, कहना मैंने गोली मार के मेरे दंड सरिया ना मारो, गोली मारो मैं खत्म हो जाओ। साढ़े दिल तो पूछ के देख दो, साढ़े दिल की ने सड़ दिया, ਅਸੀਂ ਨਹੀਂ ਬੋਲ ਸਕਦੇ ਮਰਦੇ ਦਮ ਤੱਕ। ਐਸੀ ਜੈਸੇ ਨਾ ਜ਼ਖਮ ਦਿੱਤੇ ਜਿਹੜੇ ਨਸੂਰ ਬਣ ਗਏ ਤੇ ਪੀੜੇ ਹਿੰਦੁਸਤਾਨ ਚ ਆ ਗਏ ਸੋ ਕਿਹਦੇ ਵਾਸਤੇ ਆਜ਼ਾਦੀ ਦੀਆਂ ਲੜਾਈਆਂ ਲੜਦੇ ਸੋ। ਹੁਣ ਕਾਂਗਰਸ ਸਰਕਾਰ ਤਾਂ ਵੀ ਸ਼ਰਮ ਆਉਣੀ ਚਾਹੀਦੀ, ਤੈਨੂੰ ਲਾਨਤ ਹੈ ਤੇਰੇ ਜ਼ਿੰਦਗੀ ਵਿੱਚ। ਭਾਰਤ ਦੀ ਰਾਜ उन्नीस सौ चौरासी ਦੀ ਯਾਦ ਆ ਜਾਂਦੀ ਹੈ। ਸਾਡੇ ਪਰਿਵਾਰ ਵਿੱਚ 7 ਬੰਦੇ ਮਾਰੇ ਗਏ, 3 ਮਾਮੇ, 3 ਚਾਚੇ, ਇੱਕ ਮੇਰਾ ਪਿਓ ਮਾਰਿਆ ਗਿਆ। ਤੇ ਅਸੀਂ ਸਾਨੂੰ ਐਵੇਂ ਲੱਗਦਾ ਸਾਡੇ ਵਾਸਤੇ ਅੱਜ ਵੀ 1 ਨਵੰਬਰ ਆਂਦਾ, ਐਵੇਂ ਲੱਗਦਾ 84 ਆ ਗਈ ਹੈ ਸਾਡੇ ਵਾਸਤੇ। ਤੇ ਮੇਰੇ 7 ਜਿਹੜੇ ਇੱਕ ਪਰਿਵਾਰ ਦੇ ਗਏ ਨੇ, ਸਾਰੇ ਇੱਥੇ ਐਡਰੈਸ ਲਿਖੇ ਹੋਏ ਨੇ ਉਹਨਾਂ ਦੇ 7 ਜਣੇ। ਵੈਸੇ ਤਾਂ ਮੇਰੇ ਘਰ ਦੇ 11 ਜੀਵ ਗਏ ਨਹੀਂ ਤੇ ਮੇਰੀ ਨਨਾਣ ਦਾ ਘਰਵਾਲਾ ਹੋਰ ਪਰਿਵਾਰ ਦੇ ਵੀ ਗਏ ਹੋਏ ਨਹੀਂ। ਤੇ ਹੁਣ ਜਿਹੜਾ ਮਤਲਬ 84 ਜਦੋਂ ਹੀ ਸਾਡੇ ਪ੍ਰੋਗਰਾਮ ਆਉਂਦੇ ਨੇ ਸਾਡੇ ਜ਼ਖਮ ਤਾਜ਼ੇ ਹੋ ਜਾਂਦੇ ਨੇ। ਜਦੋਂ ਸਾਡੇ ਨਿੱਕੇ ਨਿੱਕੇ ਬੱਚੇ ਸੀ, ਅਸੀਂ ਡਿਊਟੀ ਜਾਂਦੇ ਸੀ, ਥੱਲੇ ਮੰਜਿਆਂ ਦੇ ਥੱਲੇ ਪਏ ਰਹਿੰਦੇ ਸੀ। ਸਾਡੇ ਬੱਚਿਆਂ ਨੂੰ ਇੱਕ ਟਾਈਮ ਰੋਟੀ ਮਿਲਦੀ ਸੀ, ਇੱਕ ਟਾਈਮ ਮਿਲਦੀ ਨਹੀਂ ਸੀ। ਬੱਚੇ ਪਤਾ ਨਹੀਂ ਕਿਵੇਂ ਸਾਡੇ ਅਸੀਂ ਬੱਚਿਆਂ ਨੂੰ ਪਾਲਿਆ। ਉਹ ਵੀ ਮੇਰਾ ਬੱਚਾ ਜਿਹੜਾ ਅੱਜ ਜਿਹਦਾ ਪਰਿਵਾਰ ਹੈਗਾ, ਉਹਨੂੰ ਮੈਂ ਫਰਾਕ ਪਵਾ ਕੇ ਤੇ 2 ਗੁੱਥਾਂ ਕਰਕੇ ਲਿਆਈ ਸੀ। ਉਹ ਵੀ ਮੇਰਾ 8 ਸਾਲ ਦੀ ਸੀਗਾ ਮੁੰਡਾ। ਬੰਦੇ ਮਾਰ ਦਿੱਤੇ ਗਏ, ਘਰ ਤੋਂ ਬੇਘਰ ਹੋ ਗਏ। ਔਰ ਕਾਂਗਰਸ ਸਰਕਾਰ ਤੈਨੂੰ ਸ਼ਰਮ ਆਉਣੀ ਚਾਹੀਦੀ, ਤੈਨੂੰ ਲਾਨਤ ਹੈ ਤੇਰੇ ਜ਼ਿੰਦਗੀ ਵਿੱਚ। ਜੋ ਤੂੰ ਸਾਡੇ ਨਾਲ ਇਸ ਤਰ੍ਹਾਂ ਕੀਤਾ, ਅਸੀਂ ਤੇਰਾ ਕੀ ਵਿਗਾੜਿਆ ਸੀਗਾ। ਇਹ ਕਹਿਣਾ ਹੈ ਉਹਨੂੰ ਉਮਰ ਕੇ ਜਿਹੜੀ ਹੋਈ ਹੈ, ਉਮਰ ਕੇ ਤੋਂ ਹੋਈ ਪਈ ਹੈ ਪਹਿਲਾਂ ਹੀ। ਇਹ ਜਿੰਨਾ ਤਾਂ ਰਹੇਗਾ ਨਾ, ਇਹਨੂੰ ਫਾਂਸੀ ਆਣੀ ਚਾਹੀਏ। ਜਿਵੇਂ ਸਾਡੇ ਪਿਓ ਚਲੇ ਗਏ, ਭਰਾ ਚਲੇ ਗਏ, ਚਾਚੇ ਤਾਏ, ਸਾਡਾ ਟੱਬਰ ਦਾ ਟੱਬਰ ਚਲਾ ਗਿਆ, ਇੱਕ ਘਰ ਦੇ 10-10 ਜੀ ਚਲੇ ਗਏ। ਉਹਨਾਂ ਨੂੰ ਫਾਂਸੀ ਆਣੀ ਚਾਹੀਦੀ ਹੈ, ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਰੋਣ। हमारे घर के जो 11 मेंबर जितने इन्होंने जलाए, 40 साल का सभा कब नहीं होता। इंतजार करके हमने भाई आज फांसी आई, फांसी नहीं आई, क्यों नहीं आई। 1984 ਤੋਂ ਲੈ ਕੇ ਸਾਲ 2014 ਯਾਨੀ ਕਿ 3 ਦਹਾਕਿਆਂ ਤੱਕ ਜਦੋਂ ਕਾਂਗਰਸ ਸੱਤਾ ਦੇ ਵਿੱਚ ਰਹੀ ਤਾਂ ਸਰਕਾਰੀ ਪੁਸ਼ਤ ਪਨਾਈ ਹੇਠ ਮੁਲਜ਼ਮ ਬਚਦੇ ਰਹੇ। ਨਾ ਸਿਰਫ ਬਚਦੇ ਰਹੇ ਬਲਕਿ ਸੱਤਾ ਦਾ ਆਨੰਦ ਮਾਣਦੇ ਰਹੇ, ਸੁੱਖ ਮਾਣਦੇ ਰਹੇ ਤੇ ਪੀੜਤ ਅਦਾਲਤਾਂ ਦੇ ਵਿੱਚ ਧੱਕੇ ਖਾਂਦੇ ਰਹੇ। ਹਰ ਰੋਜ਼ ਆਸ ਨਾਲ ਅਦਾਲਤਾਂ ਵੱਲ ਤੱਕਦੇ, ਹਰ ਤਰੀਕ ਤੇ ਅਦਾਲਤਾਂ ਦੇ ਵਿੱਚ ਧੱਕੇ ਖਾਂਦੇ, ਪਰ ਇਨਸਾਫ ਮਿਲਣਾ ਤਾਂ ਬੜੀ ਦੂਰ ਦੀ ਗੱਲ, ਆਸ ਦੀ ਕਿਰਨ ਤੱਕ ਦਿਖਾਈ ਨਾ ਦਿੱਤੀ। ਕਿਉਂਕਿ ਸੱਤਾਧਾਰੀ ਕਾਂਗਰਸ ਸਰਕਾਰ ਜਿਸ ਤੇ ਇਸ ਕਤਲੇਆਮ ਨੂੰ ਕਰਾਉਣ ਦੇ ਸਿੱਧੇ ਇਲਜ਼ਾਮ ਲੱਗਦੇ ਨੇ, ਉਹੀ ਕਾਂਗਰਸ ਮੁਲਜ਼ਮਾਂ ਨੂੰ ਬਚਾਉਂਦੀ ਰਹੀ, ਕਾਨੂੰਨ ਤੋਂ ਉਹਨਾਂ ਦੀ ਰਾਖੀ ਕਰਦੀ ਰਹੀ। ਕਦੇ ਸੀਬੀਆਈ ਤੋਂ ਕਲੀਨ ਚਿੱਟ, ਕਦੇ ਕਮਿਸ਼ਨਾਂ ਤੋਂ ਕਲੀਨ ਚਿੱਟ ਤੇ ਕਦੇ ਅਦਾਲਤਾਂ ਤੋਂ ਕਲੀਨ ਚਿੱਟ। ਬਸ ਇਹੀ ਚੱਲਦਾ ਰਿਹਾ ਕਈ ਦਹਾਕੇ। ਪਰ ਕਹਿੰਦੇ ਨੇ ਨਾ ਕਿ ਰੱਬ ਦੀ ਡਾਂਗ ਦੇ ਵਿੱਚ ਆਵਾਜ਼ ਨਹੀਂ ਹੁੰਦੀ, ਪਰ ਜਦੋਂ ਵੱਜਦੀ ਹੈ ਤਾਂ ਇਨਸਾਫ ਕਰਦੀ ਹੈ।
ਸਾਲ 2014 ਦੇ ਵਿੱਚ ਕਾਂਗਰਸ ਸੱਤਾ ਤੋਂ ਬਾਹਰ ਹੋਈ ਤੇ ਐਨਡੀਏ ਸੱਤਾ ਦੇ ਵਿੱਚ ਆਈ। ਸ਼੍ਰੋਮਣੀ ਅਕਾਲੀ ਦਲ ਲਗਾਤਾਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਰਿਹਾ ਸੀ ਤੇ ਐਨਡੀਏ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਸ ਵੇਲੇ ਦੇ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਮੁੱਦਾ ਚੁੱਕਿਆ। ਬਾਦਲ ਸਾਹਿਬ ਨੇ ਇਹ ਜ਼ੋਰ ਦੇ ਕੇ ਕਿਹਾ ਕਿ 84 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ, ਜੋ ਕੇਸ ਬੰਦ ਹੋਏ ਨੇ ਉਹ ਦੁਬਾਰਾ ਖੁੱਲ੍ਹਣੇ ਚਾਹੀਦੇ ਨੇ। ਪੀਐਮ ਮੋਦੀ ਜੋ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਹੁਤ ਸਤਿਕਾਰ ਕਰਦੇ ਸੀ ਤੇ ਉਹਨਾਂ ਨੂੰ ਆਪਣਾ ਸਿਆਸੀ ਗੁਰੂ ਵੀ ਮੰਨਦੇ ਸੀ। ਉਹਨਾਂ ਨੇ ਸਰਦਾਰ ਬਾਦਲ ਦੇ ਕਹਿਣ ਤੇ 1984 ਕਤਲੇਆਮ ਨਾਲ ਜੁੜੇ ਮਾਮਲਿਆਂ ਦੀ ਨਵੇਂ ਸਿਰੇ ਤੋਂ ਜਾਂਚ ਕਰਾਉਣ ਲਈ ਇੱਕ ਐਸਆਈਟੀ ਦਾ ਗਠਨ ਫਰਵਰੀ 2015 ਦੇ ਵਿੱਚ ਕਰ ਦਿੱਤਾ। ਗਲਾਂ 'ਚ ਟਾਇਰ ਪਾਰ ਕੇ ਸਾੜਿਆ ਗਿਆ। ਫੌਜੀ ਭਰਾ ਜਿਹੜੇ ਡਿਊਟੀ ਤੇ ਆ ਰਹੇ ਸਨ ਉਹਨਾਂ ਨੂੰ ਸ਼ਹੀਦ ਕੀਤਾ। ਐਡਾ ਵੱਡਾ ਜ਼ੁਲਮ। ਉੱਥੇ ਇੱਕ ਆਬਾਦੀ ਹੈ ਜਿਹਨੂੰ ਵਿਧਵਾ ਕਲੋਨੀ ਕਹਿੰਦੇ ਐ। ਸਾਰੀਆਂ ਬੀਬੀਆਂ ਵਿਧਵਾ ਹਨ ਜਿਨ੍ਹਾਂ ਦੇ ਪਤੀ बेटे सब कुछ शहीदत करते है कांग्रेस राज। शर्म आनी चाहिए यह जिहियां पार्टियां दा जिहड़े यह जिहियां पार्टियां तो ओहदे लैंदे। इन्ना कुछ करन तो बाद सजा किसी नूं नहीं मिली। ਐਸਆਈਟੀ ਬਣਨ ਤੋਂ ਬਾਅਦ ਅਸਲ ਦੇ ਵਿੱਚ ਸ਼ੁਰੂ ਹੋਈ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਣ ਦੀ ਕਹਾਣੀ। ਪਰ ਰਾਹ ਹਲੇ ਵੀ ਸੌਖਾ ਨਹੀਂ ਸੀ ਕਿਉਂਕਿ ਸਬੂਤ ਮਿਟਾ ਦਿੱਤੇ ਗਏ ਸੀ, ਗਵਾਹ ਡਰਾ ਦਿੱਤੇ ਗਏ ਸੀ ਤੇ ਕਈਆਂ ਨੇ ਸੱਤਾ ਤੇ ਪੈਸੇ ਦੇ ਨਸ਼ੇ ਦੇ ਵਿੱਚ ਅਦਾਲਤਾਂ ਦੇ ਰਾਹ ਤੱਕ ਬੰਦ ਕਰਾ ਦਿੱਤੇ। ਪਰ ਸੜਕ ਤੋਂ ਸੰਸਦ ਤੱਕ ਜੰਗ ਜਾਰੀ ਰਹੀ। 1984 ਸੇ ਕਤਲੇਆਮ ਨੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੇ ਜ਼ਿਹਨ ਤੇ ਵੀ ਇੱਕ ਡੂੰਗੀ ਛਾਪ ਛੱਡੀ ਸੀ। ਇਸ ਲਈ ਜਦੋਂ ਉਹ ਸਾਲ 2009 ਦੇ ਵਿੱਚ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਤਾਂ ਉਹਨਾਂ ਸੰਸਦ ਦੇ ਵਿੱਚ ਪਹਿਲਾ ਭਾਸ਼ਣ 1984 ਸਿੱਖ ਨਸਲਕੁਸ਼ੀ ਦੇ ਮੁੱਦੇ ਤੇ ਉਸ ਦਰਦ ਨੂੰ ਬਿਆਨ ਕਰਨ ਲਈ ਦਿੱਤਾ ਤੇ ਸੰਸਦ 'ਚ ਖੜੇ ਹੋ ਕੇ ਉਹਨਾਂ 84 ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਕਿਉਂਕਿ ਇਹ ਸੇਕ ਉਹਨਾਂ ਨੇ ਆਪ ਵੀ ਹੰਡਾਇਆ ਹੋਇਆ ਸੀ। Burned, hunted and mercilessly killed in front of their eyes. For 3 consecutive days, a turbaned Sikh man was hunted as a prize hunt, and the very protectors of society themselves, it seems, had turned into the hunters. 7,000 Sikhs are butchered in broad daylight. The entire country is witness. After 25 years, not a single person is hunted. They roam around scot-free. Madam, I demand an answer from this government. I demand an answer. Why is no decision being taken by the government to give the CBI permission to file a charge sheet? Give us a yes or give us a no. But at least, madam, give us an answer. अध्यक्ष महोदय, सामान्यतः शून्यकाल में जो बातें कही जाती है वो केवल रिकॉर्ड के लिए होती है, लेकिन मैं समझता हूँ कि ये मामला इतना गंभीर है कि सदन के नेता को इसका नोट लेकर के इस पर जो कमियां रही हैं, 25 साल हो गए, वो 1984 का वर्ष हमने जिन्होंने देखा है अपनी आंखों से, हम भूल नहीं सकते। इतने गंभीर मसले पर जिस प्रकार से ध्यान से सारे सदन ने सुना, कितनी कमीशन बनी और क्या क्या उन्होंने घोषणाएं की, निर्णय किए, लेकिन अच्छा होगा कि आज पुरानी बातों को अलग रख करके यह सदन ने पूरे जिस ध्यान से सुना है उसी ध्यान से सदन के नेता उसका गंभीर नोटिस लेकर के और उस पर समुचित कार्रवाई करने का वचन सदन को दे और कहे जरूरत हो तो एक छोटी सी कमेटी बना दे सदन की। कमीशन छोड़ दीजिए, कमीशन बहुत बनी, लेकिन एक कमेटी सदन की बने और जो उसको देख करके समुचित कार्यवाही इस पर करे, क्योंकि इसका होना चाहिए जरूर। ਇਹਨਾਂ 4 ਦਹਾਕਿਆਂ ਦੇ ਵਿੱਚ ਅਨੇਕਾਂ ਵਾਰ ਗਵਾਹਾਂ ਨੂੰ ਡਰਾਉਣ ਧਮਕਾਉਣ ਦੇ ਯਤਨ ਕੀਤੇ ਗਏ। ਸੱਤਾ ਦੇ ਨਸ਼ੇ 'ਚ ਚੂਰ ਦੋਸ਼ੀਆਂ ਨੇ ਜਿਨ੍ਹਾਂ ਨੂੰ ਇਨਸਾਨ ਕਹਿਣਾ ਵੀ
ਇਨਸਾਨ ਸ਼ਬਦ ਦੀ ਤੋਹੀਨ ਹੈ, ਜਿਨ੍ਹਾਂ ਨੂੰ ਸਿਰਫ ਕਾਤਲ ਤੇ ਹੈਵਾਨ ਕਿਹਾ ਜਾ ਸਕਦਾ ਹੈ, ਉਹਨਾਂ ਨੇ ਗਵਾਹਾਂ ਨੂੰ ਖਰੀਦਣ ਤੱਕ ਦੀ ਕੋਸ਼ਿਸ਼ ਕੀਤੀ। ਕਦੇ ਜ਼ਮੀਨ, ਕਦੇ ਪੈਸਿਆਂ ਦਾ ਲਾਲਚ ਦਿੱਤਾ, ਤੇ ਕਦੇ ਜਾਨੋਂ ਮਾਰਨ ਦਾ ਡਰ, ਤੇ ਕਦੇ ਜਾਨੋਂ ਮਾਰਨ ਦੀ ਧਮਕੀ। ਪਰ ਇਹਨਾਂ ਪੀੜਤਾਂ, ਇਹਨਾਂ ਗਵਾਹਾਂ ਦਾ ਜ਼ਮੀਰ ਹਾਲੇ ਵੀ ਜਿਉਂਦਾ ਸੀ। ਉਹ ਨਾ ਡਰੇ, ਨਾ ਚੁੱਕੇ, ਨਾ ਕਦੇ ਰੁਕੇ। ਇਨਸਾਫ ਦੀ ਇਹ ਲੜਾਈ ਲੜਦੇ ਰਹੇ ਤੇ ਆਖਰਕਾਰ ਸੱਜਣ ਵਰਗੇ ਦੋਸ਼ੀ ਸਲਾਖਾਂ ਦੇ ਪਿੱਛੇ ਪਹੁੰਚ ਗਏ। ਮੈਨੂੰ ਮੌਤ ਦੀਆਂ ਧਮਕੀਆਂ ਹੁੰਦੀਆਂ ਸੀ। ਮੈਂ ਕਿਹਾ ਇੱਕ ਦਿਨ ਮਰਨਾ ਹੀ ਆ, ਕਿਹੜਾ ਜਿਉਂਦੇ ਰਹਿਣਾ। ਫਿਰ ਮੈਂ ਕਿਹਾ ਨਹੀਂ, ਜੋ ਮਰਜ਼ੀ ਕਰੋ। ਫਿਰ ਮੈਨੂੰ ਆਫਰ ਆਈਆਂ, ਪਹਿਲੋਂ 2 ਕਰੋੜ ਰੁਪਈਆ ਤੇ 5 ਕੁਲੇ 500 ਗਜ਼ ਦਾ ਪਲਾਟ। ਫਿਰ ਬਾਅਦ ਵਿੱਚ ਮੈਨੂੰ ਆਈ ਆਫਰ ਵੀ 8 ਕਰੋੜ ਰੁਪਈਆ ਤੇ ਜਿੱਥੇ ਆਖੋ ਤੁਹਾਡਾ ਬਾਹਰਲੇ ਮੁਲਕਾਂ 'ਚ ਟੱਬਰ ਸੈੱਟ ਕਰਾ ਦਿੰਦੇ ਆ। ਮੈਂ ਕਿਹਾ ਜੋ ਮਰਜ਼ੀ ਕਰੋ, ਪੂਰਾ 5 ਕਿੱਲਾ ਮੇਰੇ ਨਾਲ ਲਵਾ ਦਿਓ, ਪਰ ਮੈਂ ਅਗਵਾਈ ਦੇਵਾਂਗੀ। ਦੇਖੋ, ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਅਕਾਲੀ ਦਲ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹਨਾਂ ਨੇ ਹਰ ਇੱਕ ਥਾਂ ਤੇ ਸਾਨੂੰ ਜਿੱਥੇ ਵੀ ਅਸੀਂ ਕਿਹਾ ਵਕੀਲ ਦਿੱਤੇ, ਜਿੱਥੇ ਕਿਹਾ ਇਹਨਾਂ ਨੇ ਸਾਡੇ ਨਾਲ ਖੜ ਕੇ ਹਰ ਇੱਕ ਪਾਸੇ ਸਾਡੀ ਪੂਰੀ ਮਦਦ ਕੀਤੀ ਹੈਗੀ ਆ। ਅਕਾਲੀ ਦਲ ਨਾ ਹੁੰਦਾ ਤੇ ਉਹ 84 ਦੇ ਲੋਕ ਜਿਹੜੇ ਉਜੜ ਕੇ ਆਏ ਸੀਗੇ 84 ਦੇ ਵਿੱਚ, ਤੇ ਉਹਨਾਂ ਲੋਕਾਂ ਨੂੰ ਬਸਾਉਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈਗੇ। ਅਸੀਂ ਇਹਨਾਂ ਮਕਾਨਾਂ ਵਿੱਚ ਜੇ ਬੈਠੇ ਹਾਂ, ਇਹ ਜੇ ਛੱਤਾਂ ਸਾਡੇ ਸਿਰ ਤੇ ਹੈਗੀਆਂ, ਇਹ ਵੀ ਅਕਾਲੀ ਦਲ ਦੀ ਦੇਣ ਹੈਗੀ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈਗੀ ਆ। ਜਿਹੜਾ ਸੱਜਣ ਕੁਮਾਰ ਦੀ ਜਿਹੜੀ ਹੁਣ ਸਜ਼ਾ ਦੀ ਗੱਲ ਹੈਗੀ ਆ, ਇਹਨੂੰ ਤੇ ਚਲੋ ਜਿਵੇਂ ਵੀ ਹੈ ਉਮਰ ਕੈਦ ਹੋ ਗਈ, ਕੋਈ ਗੱਲ ਨਹੀਂ। ਮੈਂ ਅਕਾਲੀ ਦਲ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦੀ ਹਾਂ ਕਿ ਤੁਸੀਂ ਫਿਰ ਦੁਬਾਰਾ ਤੋਂ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਜਾਓ, ਤਾਂ ਕਿ ਇਹਦੀ ਸਜ਼ਾ ਨੂੰ ਫਾਂਸੀ ਦੇ ਵਿੱਚ ਬਦਲਿਆ ਜਾਵੇ। 1984 ਤੋਂ ਸਾਲ 2025 ਆ ਗਿਆ। ਅਦਾਲਤਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ। ਪੀੜਤਾਂ ਤੇ ਜ਼ਖਮਾਂ ਤੇ ਕੁਝ ਮੱਲਮ ਲੱਗੀ, ਥੋੜੀ ਰਾਹਤ ਜ਼ਰੂਰ ਮਿਲੀ, ਪਰ ਹਲੇ ਵੀ ਇਹ ਜ਼ਖਮ ਅੱਲੇ ਨੇ, ਕਿਉਂਕਿ ਇਨਸਾਫ ਹਲੇ ਵੀ ਅਧੂਰਾ, ਤੇ ਅਧੂਰਾ ਇਨਸਾਫ ਮਿਲਣ 'ਚ ਵੀ 4 ਦਹਾਕੇ ਲੱਗ ਗਏ। ਇਹਨਾਂ 4 ਦਹਾਕਿਆਂ 'ਚ ਪਤਾ ਨਹੀਂ ਕਿੰਨੇ ਕੁ ਸਬੂਤ ਮਿਟਾ ਦਿੱਤੇ ਗਏ, ਕਿੰਨੇ ਗਵਾਹ ਡਰਾ ਦਿੱਤੇ ਗਏ, ਤੇ ਕਿੰਨੇ ਹੀ ਅੱਖਾਂ ਦੇ ਵਿੱਚ ਇਨਸਾਫ ਮਿਲਣ ਦੀ ਉਮੀਦ ਲੈ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ गए। ये सवाल हमेशा रहता है कि भाई जब इंदिरा गांधी के कातिल पकड़े गए, उन्होंने ये एडमिट कर लिया कि भाई हमने मारा इंदिरा गांधी को, तो केस क्लोज हो जाता है। आपने उनको पकड़ के कानून के सामने ला के खड़ा कर दिया, लेकिन उनको तो आप फांसी देते हैं 5 साल के बाद, 89 में फांसी देते हैं, लेकिन बेकसूर जाते हुए सिखों को आप वहीं पकड़ के जिंदा जला देते हैं। लड़कियों के साथ बलात्कार होते हैं, उसके बाद जो है उनकी दुकानें जलाई जाती हैं, उनके बिजनेस जलाए जाते हैं। कोई ट्रक ड्राइवर मिल गया, पुलिस वाला मिल गया, आप बिल्कुल ये नहीं देखते कि किसकी बैकग्राउंड क्या है। आप सिर पे पगड़ी देखते हैं और उसको वहीं के वहीं जिंदा जला देते हैं। ये महापाप करने के बाद कांग्रेस जो है वो बड़े बेशर्मी के साथ, नंगे तरीके के साथ आके ये बोलती है कि भाई ये तो दंगा है। दंगा नहीं था, ये जेनोसाइड। ਬੀਤੇ ਦਿਨੀ 84 ਦੇ ਦੋਸ਼ੀਆਂ ਦੇ ਵਿੱਚੋਂ ਇੱਕ ਸੱਜਣ ਕੁਮਾਰ ਨੂੰ 84 ਕਤਲੇਆਮ ਨਾਲ ਜੁੜੇ ਇੱਕ ਹੋਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਨੇ ਪੀੜਤ ਪਰਿਵਾਰਾਂ ਨੂੰ ਥੋੜੀ ਰਾਹਤ ਤਾਂ ਦਿੱਤੀ, ਪਰ ਉਹਨਾਂ ਹੰਝੂ ਵਹਾ ਬਸ ਇੱਕੋ ਗੱਲ ਕਹੀ ਕਿ ਉਹਨਾਂ ਨੇ 4 ਦਹਾਕੇ ਇਸ ਘੜੀ ਦਾ ਇੰਤਜ਼ਾਰ ਕੀਤਾ ਤੇ ਇਸ ਦਰਿੰਦੇ ਨੂੰ ਫਾਂਸੀ ਹੋਣੀ ਚਾਹੀਦੀ ਸੀ। ਉਹਨੂੰ ਉਮਰ ਕੈਦ ਜਿਹੜੀ ਹੋਈ ਹੈ, ਉਮਰ ਕੈਦ ਤਾਂ ਉਹਨੂੰ ਹੋਈ ਪਈ ਹੈ ਪਹਿਲਾਂ ਹੀ। ਇਹ ਜਿੰਨਾ ਤਾਂ ਰਹੇਗਾ ਨਾ, ਇਹਨੂੰ ਫਾਂਸੀ ਆਣੀ ਚਾਹੀਏ। ਜਿਵੇਂ ਸਾਡੇ ਪਿਓ ਚਲੇ ਗਏ, ਭਰਾ ਚਲੇ ਗਏ, ਚਾਚੇ ਤਾਏ, ਸਾਡਾ ਟੱਬਰ ਦਾ ਟੱਬਰ ਚਲਾ ਗਿਆ, ਇੱਕ ਘਰ ਦੇ 10-10 ਜੀ ਚਲੇ ਗਏ। ਉਹਨਾਂ ਨੂੰ ਫਾਂਸੀ ਆਣੀ ਚਾਹੀਦੀ ਹੈ, ਉਹਨਾਂ ਦੇ ਪਰਿਵਾਰ भी ਉਹਨਾਂ ਨੂੰ ਰੋਣ। हमारे घर के जो 11 मेंबर जितने इन्होंने जलाए, 40 साल का सभा कब नहीं होता। इंतजार करके हमने भाई आज फांसी आई, फांसी नहीं आई, क्यों नहीं आई? उम्र कैद की सजा दी है, ये बहुत अधूरा इंसाफ है। इंसाफ मिला है, कह सकते हैं इंसाफ मिला है 40 साल बाद, मगर अधूरा इंसाफ मिला है। हमारी शुरू से लेके आज तक 40 साल से यही दंगा पीड़ित परिवारों की यही मांग थी कि इसको फांसी के तख्ते पे लटकाया जाए, ताकि 1984 में जो 5000 सिख दिल्ली में शहीद हुए, उनकी आत्मा को शांति मिलती। देखा है हमने, घर बार हमारे लुट गए, हमारे एक घर के 10-10 जिले हमारे आंखों के सामने जले, बहन बेटियों की इज्जत लूट रहे। हमने अपनी आंखें देखा है, हम कैसे भूल जाएंगे उस दुख को? हम कभी भी नहीं भूल पाते हैं इस दुख को।
41 साल से हम रो रहे हैं, फरियाद कर रहे हैं। 84 ਕਤਲੇਆਮ ਦੇ ਮਾਮਲਿਆਂ ਦੇ ਵਿੱਚ ਹੁਣ ਜਿੱਥੇ-ਜਿੱਥੇ ਹੁਣ ਜੋ ਅਦਾਲਤ ਦੇ ਫੈਸਲੇ ਆ ਰਹੇ ਨੇ ਉਹ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਰਹੇ ਨੇ। ਨੰਬਰ 1 ਕਿ ਦੋਸ਼ੀ ਸਿਰਫ ਸੱਜਣ ਕੁਮਾਰ ਵਰਗੇ ਸੀ ਜਾਂ ਜਿਨ੍ਹਾਂ ਦੀ ਪੁਸ਼ਤ ਪਨਾਹੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਕਰਦੇ ਰਹੇ ਉਹ ਵੀ ਜ਼ਿੰਮੇਵਾਰ ਨੇ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਘੱਟੋ-ਘੱਟ ਇਹ ਤਾਂ ਬਿਲਕੁਲ ਸਾਫ਼ ਹੋ ਗਿਆ ਕਿ ਕਾਂਗਰਸ ਸਰਕਾਰ ਵੇਲੇ ਇਹਨਾਂ ਲੋਕਾਂ ਨੂੰ ਜਾਣ-ਬੁੱਝ ਕੇ ਬਚਾਇਆ ਗਿਆ ਤਾਂ ਫਿਰ ਉਹਨਾਂ ਲੀਡਰਾਂ ਤੇ ਕਾਰਵਾਈ ਕਿਉਂ ਨਾ ਹੋਵੇ। ਜਿਨ੍ਹਾਂ ਸੀਬੀਆਈ ਦੇ ਮੁਲਾਜ਼ਮਾਂ ਨੇ, ਜਿਨ੍ਹਾਂ ਕਮਿਸ਼ਨਾਂ ਦੇ ਮੈਂਬਰਾਂ ਨੇ ਸੱਜਣ ਕੁਮਾਰ ਵਰਗਿਆਂ ਨੂੰ ਕਲੀਨ ਚਿੱਟਾਂ ਦਿੱਤੀਆਂ ਉਹਨਾਂ ਤੇ ਕਾਰਵਾਈ ਕਿਉਂ ਨਾ ਹੋਵੇ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਕੇਸ ਖਰਾਬ ਕੀਤੇ, FIR ਦਰਜ ਨਾ ਕੀਤੀਆਂ ਤੇ ਪੀੜਤਾਂ ਦੀ ਜਗ੍ਹਾ ਕਤਲੇਆਮ ਕਰਨ ਵਾਲਿਆਂ ਦਾ ਸਾਥ ਦਿੱਤਾ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਹੋਵੇ। ਕਾਂਗਰਸ ਪਾਰਟੀ ਦੇ ਉਹ ਸੀਨੀਅਰ ਲੀਡਰ ਜਿਨ੍ਹਾਂ ਨੇ ਦੋਸ਼ੀ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਦੀ ਬਜਾਏ ਟਿਕਟਾਂ ਨਾਲ ਨਵਾਜ਼ਿਆ, ਉੱਚੇ ਅਹੁਦੇ ਦਿੱਤੇ, ਅੱਜ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਹੋਵੇ। ਇਹੀ ਸਾਰੇ ਸਵਾਲ ਜਦੋਂ NDA ਸਰਕਾਰ ਵੇਲੇ SIT ਬਣੀ ਸੀ ਤਾਂ ਹਰਸਿਮਰਤ ਬਾਦਲ ਹੋਰਾਂ ਨੇ ਵੀ ਚੁੱਕੇ ਸਨ। The Gandhi family has a lot to answer for. Today I demand answers from Rahul Gandhi, who said just a few months ago that Congress had no hand, congressmen had no hand in the genocide. This is the extent that Congress party has come to after 34 years of misusing Delhi police, CBI and every platform to clean out every kind of proof that there was, by ensuring that they have pressurized and threatened and scared of every eyewitness. Today, not only against Kamal Nath, not only against Jagdish Tytler and not only against Sajjan Kumar, there are 186 cases which have been reopened in the SIT. And I am confident and I am thankful to Prime Minister Modi who constituted this SIT. I am grateful to the High Court who has given such a landmark judgment which today gives us hope that yes, it's Sajjan Kumar today, it will be Jagdish Tytler tomorrow, it will be Kamal Nath after that, and eventually it will be the Gandhi family who will be answerable. And I demand that action be taken against Sonia Gandhi, who must have been compliance in all that Rajiv Gandhi was planning and perpetrating when he says, when a big tree falls, the earth will shake.